आज़ादी का अमृत महोत्सव ਨੂੰ ਸਮਰਪਿਤ आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਸੁਤੰਤਰਤਾ ਸੈਨਾਨੀ ਰਾਣੀ ਗੈਂਡਨ ਲਿਊ, पेरिन बेन कैप्टन ਅਤੇ चांद मियाँ बारे जानकारी दे रहे हैं। 17 फरवरी 1931 ਨੂੰ ਮਹਾਤਮਾ ਗਾਂਧੀ ਨੇ ਬਰਤਾਨਵੀ ਵਾਇਸਰਾਏ ਲਾਰਡ ਇਰਵਿਨ ਨਾਲ ਵਾਇਸਰਾਏ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਉਹਨਾਂ ਨੇ ਗਾਂਧੀ ਜੀ ਨੂੰ ਚਾਹ ਦੀ ਪੇਸ਼ਕਸ਼ ਕੀਤੀ, ਪਰ ਉਹਨਾਂ ਨੇ ਚਾਹ ਪੀਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹ ਇੱਕ ਗਲਾਸ ਨਿੰਬੂ ਪਾਣੀ ਲੈਣਾ ਪਸੰਦ ਕਰਨਗੇ। ਦੱਸਦੇ ਨੇ ਕਿ ਗਾਂਧੀ ਜੀ ਉਦੋਂ ਦਾਂਡੀ ਮਾਰਚ ਅਤੇ ਨਮਕ ਸੱਤਿਆਗ੍ਰਹਿ ਦੇ ਕਾਰਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜੇਲ੍ਹ ਤੋਂ ਛੁੱਟੇ ਸਨ, ਇਸ ਲਈ ਉਹ ਲੂਣ ਦੀ ਪੁੜੀ ਨਾਲ ਲੈ ਕੇ ਗਏ ਸਨ ਅਤੇ ਨਿੰਬੂ ਪਾਣੀ ਵਿੱਚ ਉਹਨਾਂ ਨੇ ਆਪਣਾ ਬਣਾਇਆ ਹੋਇਆ ਲੂਣ ਹੀ ਪਾਇਆ ਸੀ। ਆਲੀਸ਼ਨ ਵਾਇਸਰਾਏ ਹਾਊਸ ਵਿੱਚ ਸਾਦੇ ਕੱਪੜਿਆਂ ਵਿੱਚ ਲਿਪਟੇ ਗਾਂਧੀ ਜੀ ਦੀਆਂ ਤਸਵੀਰਾਂ ਵੇਖ ਕੇ ਲੰਡਨ ਵਿੱਚ ਕਈ ਮਹੱਤਵਪੂਰਨ ਲੋਕ ਭੜਕ ਗਏ। ਵਿੰਸਟਨ ਚਰਚਲ ਨੇ ਸਿਵਲ ਨਾਫਰਮਾਨੀ ਦੇ ਉਗਰ ਅਭਿਆਨ ਦਾ ਸੰਚਾਲਨ ਕਰ ਰਹੇ ਇਸ ਦੇਸ਼ ਧਰੋਹੀ ਫਕੀਰ ਦ ਵਾਇਸਰੇਗਲ ਪੈਲੇਸ ਦੀਆਂ ਪੌੜੀਆਂ ਚੜ੍ਹਨਾ ਚਿੰਤਾਜਨਕ ਹੈ। ਗਾਂਧੀ ਜੀ ਅਤੇ ਵਾਇਸਰਾਏ ਇਰਵਿਨ 5 ਮਾਰਚ 1931 ਤੱਕ 8 ਵਾਰੀ ਮਿਲੇ ਅਤੇ ਅੰਤ ਵਿੱਚ ਗਾਂਧੀ ਇਰਵਿਨ ਸਮਝੌਤਾ ਹੋਇਆ। ਅਸੀਂ ਨਾਗਾ ਅਧਿਆਤਮ ਅਤੇ ਸੁਤੰਤਰਤਾ ਸੈਨਾਨੀ ਰਾਣੀ ਗੈਂਡਨ ਲਿਊ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦੀ ਮੌਤ 17 ਫਰਵਰੀ 1993 ਨੂੰ ਹੋਈ ਸੀ। ਰੋਂਗਮਈ ਜਨਜਾਤੀ ਦੀ ਨੌਜਵਾਨ ਮਹਿਲਾ ਗੈਂਡਨ ਲਿਊ ਨੇ ਮਨੀਪੁਰ, ਨਾਗਾਲੈਂਡ ਅਤੇ ਅਸਮ ਵਿੱਚ ਅੰਗਰੇਜ਼ਾਂ ਦੇ ਖਿਲਾਫ ਹਥਿਆਰਬੰਦ ਵਿਦਰੋਹ ਦੀ ਅਗਵਾਈ ਕੀਤੀ ਸੀ। ਰਾਣੀ ਗੈਂਡਨ ਲਿਊ ਦਾ ਜਨਮ 26 ਜਨਵਰੀ 1915 ਨੂੰ ਮਨੀਪੁਰ ਦੇ ਵਰਤਮਾਨ ਤਾਮੇਂਗਲੋਂਗ ਜ਼ਿਲ੍ਹੇ ਵਿੱਚ ਹੋਇਆ ਸੀ। 1927 ਵਿੱਚ 13 ਸਾਲ ਦੀ ਉਮਰ ਵਿੱਚ ਗੈਂਡਨ ਲਿਊ ਆਪਣੇ ਭਰਾ ਹੈਪੂ ਜਾਦੂਨਾਂਗ ਦੇ ਨਾਲ ਹਿਰਾਕਾ ਅੰਦੋਲਨ ਵਿੱਚ ਸ਼ਾਮਲ ਹੋ ਗਈ। ਇਸ ਅੰਦੋਲਨ ਦਾ ਉਦੇਸ਼ ਨਾਗਾ ਜਨਜਾਤੀ ਧਰਮ ਨੂੰ ਮੁੜ ਸੁਰਜੀਤ ਕਰਨਾ ਅਤੇ ਬਰਤਾਨਵੀ ਸ਼ਾਸਨ ਨੂੰ ਸਮਾਪਤ ਕਰਕੇ ਨਾਗਾ ਲੋਕਾਂ ਦੇ ਸ਼ਾਸਨ ਦੀ ਸਥਾਪਨਾ ਕਰਨਾ ਸੀ। 1932 ਵਿੱਚ ਕੇਵਲ 16 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ। 1932 ਦਰਮਿਆਨ ਇਸ ਨਾਗਾ ਸੁਤੰਤਰਤਾ ਸੈਨਾਨੀ ਨੂੰ ਪੂਰਬ ਉੱਤਰ ਭਾਰਤ ਦੀਆਂ ਕਈ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ। 1947 ਵਿੱਚ ਰਿਹਾ ਹੋਣ ਤੋਂ ਬਾਅਦ ਗੈਂਡਨ ਲਿਊ ਨੇ ਭਾਈਚਾਰੇ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਿਆ। ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਪਹਾੜੀਆਂ ਦੀ ਬੇਟੀ ਦਾ ਨਾਂ ਦਿੱਤਾ ਅਤੇ ਉਹਨਾਂ ਦੇ ਹੌਸਲੇ ਲਈ ਉਹਨਾਂ ਨੂੰ ਰਾਣੀ ਦੀ ਉਪਾਧੀ ਦਿੱਤੀ। 1982 ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਵੀ ਨਵਾਜ਼ਿਆ ਗਿਆ। ਅਸੀਂ ਮਹਾਨ ਸੁਤੰਤਰਤਾ ਸੈਨਾਨੀ ਨੂੰ ਸਲਾਮ ਕਰਦੇ ਹਾਂ। ਅਸੀਂ ਸੁਤੰਤਰਤਾ ਸੈਨਾਨੀ ਅਤੇ ਸਮਾਜਿਕ ਕਾਰਕੁਨ ਪੇਰਿਨ ਬੇਨ ਕੈਪਟਨ ਨੂੰ ਵੀ ਯਾਦ ਕਰਦੇ ਹਾਂ, ਜੋ ਪ੍ਰਸਿੱਧ ਭਾਰਤੀ ਬੁੱਧੀਜੀਵੀ ਅਤੇ ਨੇਤਾ ਦਾਦਾ ਭਾਈ ਨਾਰੋ ਜੀ ਦੀ ਪੋਤਰੀ ਸਨ। ਪੇਰਿਨ ਬੇਨ ਦਾ ਜਨਮ 12 ਅਕਤੂਬਰ 1888 ਨੂੰ ਕੱਛ ਜ਼ਿਲ੍ਹੇ ਵਿੱਚ ਹੋਇਆ ਸੀ। ਉਹਨਾਂ ਨੇ ਪੈਰਿਸ ਯੂਨੀਵਰਸਿਟੀ ਵਿੱਚ ਅਧਿਐਨ ਕੀਤਾ। ਪੈਰਿਸ ਵਿੱਚ ਰਹਿੰਦੇ ਹੋਏ ਉਹ ਭੀਕਾ ਜੀ ਕਾਮਾ ਜੀ ਦੇ ਸੰਪਰਕ ਵਿੱਚ ਆਏ ਅਤੇ ਰਾਸ਼ਟਰਵਾਦੀ ਗਤੀਵਿਧੀਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। 1911 ਵਿੱਚ ਉਹ ਭਾਰਤ ਆਏ। ਉਹ ਮਹਾਤਮਾ ਗਾਂਧੀ ਨਾਲ ਮਿਲੇ ਅਤੇ ਉਹਨਾਂ ਦੇ ਆਦਰਸ਼ਾਂ ਤੋਂ ਕਾਫੀ ਪ੍ਰਭਾਵਿਤ ਹੋਏ। 1919 ਤੱਕ ਉਹਨਾਂ ਨੇ ਗਾਂਧੀ ਜੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। 1920 ਵਿੱਚ ਉਹ ਸਵਦੇਸ਼ੀ ਅੰਦੋਲਨ ਵਿੱਚ ਸ਼ਾਮਲ ਹੋ ਗਏ ਅਤੇ ਖਾਦੀ ਪਹਿਨਣਾ ਸ਼ੁਰੂ ਕਰ ਦਿੱਤਾ। 1921 ਵਿੱਚ ਉਹਨਾਂ ਨੇ ਰਾਸ਼ਟਰੀ ਇਸਤਰੀ ਸਭਾ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ, ਜੋ ਗਾਂਧੀਵਾਦੀ ਆਦਰਸ਼ਾਂ ਤੇ ਆਧਾਰਿਤ ਇੱਕ ਮਹਿਲਾ ਸੰਗਠਨ ਸੀ। ਪੇਰਿਨ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀਆਂ ਕਈ ਪਰਿਸ਼ਦਾਂ ਵਿੱਚ ਕੰਮ ਕੀਤਾ। ਉਹ 1930 ਵਿੱਚ ਬੰਬੇ ਪ੍ਰਾਂਤ ਕਾਂਗਰਸ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਉਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਭਾਗ ਲਿਆ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। 1930 ਦੇ ਦਹਾਕੇ ਵਿੱਚ ਜਦੋਂ ਗਾਂਧੀ ਸੇਵਾ ਸੈਨਾ ਦਾ ਪੁਨਰਗਠਨ ਕੀਤਾ ਗਿਆ ਤਾਂ ਉਹਨਾਂ ਨੂੰ ਇਸ ਦੀ ਆਨਰੇਰੀ ਜਨਰਲ ਸਕੱਤਰ ਬਣਾਇਆ ਗਿਆ। 1958 ਤੱਕ ਉਹ ਇਸ ਅਹੁਦੇ ਤੇ ਰਹੀ। ਅਸੀਂ ਤ੍ਰਿਪੁਰਾ ਦੇ ਸੁਤੰਤਰਤਾ ਸੈਨਾਨੀ ਚਾਂਦ ਮਿਆਂ ਨੂੰ ਵੀ ਯਾਦ ਕਰਦੇ ਹਾਂ। 17 ਫਰਵਰੀ 1932 ਨੂੰ ਲਗਭਗ 15,000 ਕਿਸਾਨ ਬ੍ਰਿਟਿਸ਼ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਿਸਾਨ ਦਿਵਸ ਮਨਾਉਣ ਲਈ ਇਕੱਠੇ ਹੋਏ। ਅਸ਼ਾਂਤੀ ਨੂੰ ਸਮਝਦੇ ਹੋਏ ਪੁਲਿਸ ਨੇ ਉਹਨਾਂ ਨੂੰ ਤਿੱਤਰ-ਬਿੱਤਰ ਕਰਨ ਲਈ ਗੋਲੀਆਂ ਚਲਾਈਆਂ ਅਤੇ ਚਾਂਦ ਮਿਆਂ ਦੀ ਇਸ ਵਿੱਚ ਮੌਤ ਹੋ ਗਈ।
ਅਸੀਂ ਇਸ ਮਹਾਨ ਸ਼ਹੀਦ ਨੂੰ ਸਲਾਮ ਕਰਦੇ ਹਾਂ।